ਮੋਟੇ ਹੋ ਜਾਂਦੇ ਆ ਜਾਂ ਤੁਹਾਨੂੰ ਜ਼ਿਆਦਾ ਤੁਸੀਂ ਫੈਟ ਹੋ ਜਾਂਦੇ ਆ, ਫਿਰ ਆਟਾ ਛੱਡਣ ਨੂੰ ਕਹਿ ਦਿੰਦੇ ਆ। ਸਭ ਤੋਂ ਪਹਿਲੀ ਗੱਲ ਕਹਿ ਦਿੰਦੇ ਆ ਆਟਾ ਛੱਡ ਦਿਓ। ਠੀਕ ਆ, ਲੋਕ ਕਹਿੰਦੇ ਆਟਾ ਛੱਡ ਦਵੋ, ਮੈਂ ਕਹਿੰਦਾ ਹੁੰਦਾ ਆਟਾ ਮਾੜਾ ਆਟਾ ਛੱਡੋ। ਆਟਾ ਕਿਹੜਾ ਹੈਗਾ ਦਾ ਜਾਂ ਤੁਸੀਂ ਉਹ ਆਟਾ ਜ਼ਿਆਦਾ ਚਿੱਟਾ ਖਾਵੋ ਜਾਂ ਉਹਦੇ ਵਿੱਚ ਪੂਰੇ ਫਾਈਬਰ ਨਾ ਹੋਵੇ, ਦੈਨ ਉਹਦੀ ਤੁਹਾਡੀ ਸ਼ੂਗਰ ਕਿਹੜੀ ਹੈਗੀ ਆ ਅਪ ਚ ਹੋ ਜਾਣੀ। ਲੋਗੋ ਇੱਦਾਂ ਬਣਾਇਆ ਦੈਟ ਕਿਹੜੀ ਡਾਇਬੀਟੀਜ਼ ਹੈਗੀ ਆ, ਕਿਹੜੀ ਵਰਡ ਡਾਇਬੀਟੀਜ਼ ਹੈਗੀ ਆ, ਉਹਨੂੰ ਖਤਮ ਕਰਨਾ। ਨਾਲੇ ਅਸੀਂ ਇੱਦਾਂ ਦਾ ਆਟਾ ਬਣਾਇਆ ਤਾਂ ਇਕੱਲਾ ਕਿਹੜੇ ਗਲੂਟਨ ਨੂੰ ਐਲਰਜੀ ਹੈਗੀ ਹੈ ਉਹ ਵੀ ਛਕ ਸਕੇ, ਪਰ ਦੂਸਰੇ ਕਿਹੜੇ ਫੈਮਿਲੀ ਵਿੱਚ ਹੈਗੇ ਆ ਉਹ ਵੀ ਛਕ ਸਕੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ। ਜਿਵੇਂ ਕਹਿੰਦੇ ਹੁੰਦੇ ਆ ਕਿ ਚੰਗੀ ਸਿਹਤ ਦਾ ਕਾਰਨ ਚੰਗਾ ਮਨ ਹੁੰਦਾ ਹੈ। ਚੰਗਾ ਮਨ ਹੁੰਦਾ ਹੈ ਤਾਂ ਸਾਡੀ ਸਰੀਰਕ ਸਿਹਤ ਚੰਗੀ ਹੁੰਦੀ ਹੈ, ਪਰ ਜੇ ਸਰੀਰਕ ਸਿਹਤ ਸਾਡੀ ਚੰਗੀ ਹੁੰਦੀ ਹੈ ਉਹਦਾ ਕਾਰਨ ਹੁੰਦਾ ਚੰਗੀ ਖੁਰਾਕ। ਚੰਗੀ ਖੁਰਾਕ ਅਸੀਂ ਖਾਂਦੇ ਹਾਂ, ਚੰਗਾ ਅਸੀਂ ਭੋਜਨ ਖਾਂਦੇ ਹਾਂ ਤਾਂ ਸਾਡੀ ਸਿਹਤ ਚੰਗੀ ਰਹਿੰਦੀ ਹੈ, ਅਸੀਂ ਵਧੀਆ ਤਰ੍ਹਾਂ ਸੋਚਣ ਦੇ ਕਾਬਿਲ ਹੁੰਦੇ ਹਾਂ। ਹੁਣ ਖੁਰਾਕ ਦੀ ਜਦੋਂ ਗੱਲ ਆਉਂਦੀ ਹੈ ਤਾਂ ਅਸੀਂ ਜਦੋਂ ਸਾਊਥ ਇੰਡੀਅਨਸ ਦੀ ਗੱਲ ਕਰ ਲਈਏ, ਅਸੀਂ ਇੰਡੀਅਨਸ ਦੀ ਗੱਲ ਕਰ ਲਈਏ ਤਾਂ ਖੁਰਾਕ ਦੇ ਵਿੱਚ ਸਾਡੇ ਰੋਟੀ ਸਬਜ਼ੀ ਦਾਲ ਇਹੀ ਸਭ ਤੋਂ ਮੋਸਟ ਹੁੰਦਾ ਆ ਕਿ ਸਾਨੂੰ ਦਿਨ ਦੇ ਵਿੱਚ ਚਾਹੀਦਾ ਹੈਗਾ ਆ। ਪਰ ਜਦੋਂ ਅਸੀਂ ਚੰਗੀ ਸਿਹਤ ਦੀ ਗੱਲ ਕਰਦੇ ਹਾਂ ਤਾਂ ਉਦੋਂ ਕਹਿ ਦਿੰਦੇ ਆ ਆਟਾ ਨਹੀਂ ਖਾਣਾ ਚਾਹੀਦਾ, ਕਿਉਂਕਿ ਆਟੇ ਦੇ ਨਾਲ ਬਿਮਾਰੀਆਂ ਲੱਗਦੀਆਂ ਨੇ, ਜਾਂ ਆਟਾ ਖਾਣ ਦੇ ਨਾਲ ਤੁਸੀਂ ਮੋਟੇ ਹੋ ਜਾਂਦੇ ਆ ਜਾਂ ਤੁਹਾਨੂੰ ਜ਼ਿਆਦਾ ਤੁਸੀਂ ਫੈਟ ਹੋ ਜਾਂਦੇ ਆ, ਫਿਰ ਆਟਾ ਛੱਡਣ ਨੂੰ ਕਹਿ ਦਿੰਦੇ ਆ। ਸਭ ਤੋਂ ਪਹਿਲੀ ਗੱਲ ਕਹਿ ਦਿੰਦੇ ਆ ਆਟਾ ਛੱਡ ਦਿਓ। ਹੁਣ ਆਟਾ ਵੀ ਸਿਹਤਮੰਦ ਹੁੰਦਾ ਆ, ਇਸ ਬਾਰੇ ਅਸੀਂ ਤੁਹਾਡੇ ਨਾਲ ਹਰ ਵੇਲੇ ਕਿਸੇ ਨਾ ਕਿਸੇ ਟਾਈਮ ਟੂ ਟਾਈਮ ਤੁਹਾਡੇ ਨਾਲ ਗੱਲ ਕਰਦੇ ਰਹਿੰਦੇ ਆ ਕਿ ਆਟਾ ਖਾ ਕੇ ਵੀ ਸਿਹਤ ਬਣਾਈ ਜਾ ਸਕਦੀ ਹੈ, ਤੇ ਇਹ ਗੱਲ ਕਹਿ ਰਹੇ ਨੇ ਮਿਲ ਸਟ੍ਰੀਮ ਆਟਾ ਵਾਲੇ। ਹੁਣ ਉਹਨਾਂ ਦੇ ਨਾਲ ਗੱਲਬਾਤ ਅਸੀਂ ਪਿਛਲੀ ਵਾਰ ਵੀ ਕੀਤੀ, ਉਹਨਾਂ ਨੇ ਬਹੁਤ ਸਾਰੀ ਇਨਫੋਰਮੇਸ਼ਨ ਕੀਤੀ ਤੇ ਅੱਜ ਫਿਰ ਉਹ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਨਾਲ ਗੱਲ ਕਰਾਂਗੇ ਇਹਨਾਂ ਦੇ ਜਿਹੜੇ ਸਪੈਸ਼ਲ ਆਟੇ ਆ ਉਹਨਾਂ ਦੇ ਬਾਰੇ, ਕਿਵੇਂ ਇਹ ਆਟੇ ਜਿਹੜੇ ਨੇ ਉਹ ਬਣਾਏ ਜਾਂਦੇ ਨੇ, ਕਿਹੜੇ ਸਿਚੁਏਸ਼ਨ ਦੇ ਵਿੱਚ ਬਣਾਏ ਜਾਂਦੇ ਨੇ, ਕਿੱਥੇ ਬਣ ਕੇ ਤਿਆਰ ਹੁੰਦੇ ਨੇ ਤੇ ਕਿਹੜੇ ਇਹਨਾਂ ਦੇ ਫਾਇਦੇ ਨੇ। ਤੇ ਅੱਜ ਫਿਰ ਮੇਰੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਜੈਗ ਗਿਲਨ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ, ਵੈਲਕਮ ਕਰਦੇ ਹਾਂ ਤੇ ਉਹਨਾਂ ਤੋਂ ਇਹ ਸਾਰੀ ਇਨਫੋਰਮੇਸ਼ਨ ਲੈਂਦੇ ਹਾਂ। ਮਿਸਟਰ ਗਿਲਨ, ਵੈਲਕਮ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਤੇ ਵੈਲਕਮ ਬੈਕ ਅਗੇਨ। ਤੇ ਤੁਸੀਂ ਹਮੇਸ਼ਾ ਟਾਈਮ ਟੂ ਟਾਈਮ ਆਉਂਦੇ ਰਹਿੰਦੇ ਹੋ ਤੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਰਹਿੰਦੇ ਹੋ। ਵਾਂਸ ਅਗੇਨ ਥੈਂਕ ਯੂ। ਮੋਸਟ ਵੈਲਕਮ। ਸਾਂਝਾ ਟੀਵੀ ਲਾਈਕ ਆਰ ਫੈਮਿਲੀ। ਟੂ ਥੈਂਕ ਯੂ ਸੋ ਮਚ। ਐਂਡ ਜਿੱਦਾਂ ਤੁਸੀਂ ਮੈਨੂੰ ਲਾਸਟ ਟਾਈਮ ਮਿਲੇ ਤਾਂ ਉਦੋਂ ਤੁਸੀਂ ਮੈਨੂੰ ਆਟਿਆਂ ਬਾਰੇ ਦੱਸਿਆ ਹੈ ਨਾ, ਸੋ ਮੈਂ ਉਦੋਂ ਤੁਹਾਨੂੰ ਵੀ ਕਿਹਾ ਸੀਗਾ ਕਿ ਮੈਂ ਤੁਹਾਡੇ ਆਟੇ ਜਿਹੜੇ ਟਰਾਈ ਜ਼ਰੂਰ ਕਰੂੰਗੀ। ਹੀਰੋ ਆਟਾ ਜਿਹੜਾ ਉਹ ਸਭ ਤੋਂ ਜ਼ਿਆਦਾ ਹੁਣ ਮੈਨੂੰ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ ਆ, ਤੇ ਉਹ ਤੁਸੀਂ ਲਾਂਚ ਵੀ 2019 ਦੇ ਵਿੱਚ ਹੋਇਆ ਹੈ, ਸੋ ਇੰਨੇ ਥੋੜੇ ਟਾਈਮ ਦੇ ਵਿੱਚ ਉਹ ਫੇਮਸ ਹੋਇਆ ਹੈ ਆਟਾ। ਸੋ ਜੇ ਤੁਸੀਂ ਰਿਪਲੇਸ ਕਰਨਾ ਮੰਗਦੇ ਹੋ, ਇਟਸ ਅ ਬੈਸਟ ਆਪਸ਼ਨ ਕਿ ਤੁਸੀਂ ਹੈਲਥੀ ਆਟਾ ਤੇ ਹੀਰੋ ਆਟਾ ਖਾ ਸਕਦੇ ਹੈਗੇ ਆ। ਕਿਸ ਤਰ੍ਹਾਂ ਦਾ ਰਿਸਪੌਂਸ ਆ ਰਿਹਾ, ਕਿਵੇਂ ਉਹ ਹੀਰੋ ਆਟੇ ਨੂੰ ਤੁਸੀਂ ਲੈਂਦੇ ਹੋ? ਕਿਉਂਕਿ ਮੇਰੇ ਵੱਲੋਂ ਤਾਂ ਉਹਨੂੰ 5 ਆਊਟ ਆਫ 5 ਹੈਗੇ ਆ। ਥੈਂਕ ਯੂ। ਇੱਕ ਤਾਂ ਪਹਿਲਾਂ ਉਹਦਾ ਨਾਮ ਬਹੁਤ ਜੱਚਿਆ। ਸਾਰੇ ਜਾਣੇ ਕੇਲੇ ਵੀ ਹੀਰੋ ਆਟਾ ਹੀਰੋ ਸੋਚਦੇ ਹੈਗੇ ਆ। ਹੀਰੋ ਕਿਹੜੀ ਉਹਦੀ ਖੁਰਾਕ ਕਿਹੜੀ ਹੈਗੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਉਹਨਾਂ ਨੂੰ ਵੀ ਤੁਸੀਂ ਹੀਰੋ ਮੰਗਦੇ ਬਣਾਉਣ ਨੂੰ। ਸੋ ਇੱਕ ਤਾਂ ਨਾਮ ਬਹੁਤ ਜੱਚਿਆ। ਸੈਕਿੰਡ, ਸਾਨੂੰ ਬਹੁਤ ਪੋਜ਼ਿਟਿਵ ਰਿਸਪੌਂਸ ਕਮਿਊਨਿਟੀ ਤੋਂ ਮਿਲਿਆ that ਇਹ ਲੋਕਲ ਆਟਾ ਹੈਗਾ, ਇਹ ਕੈਨੇਡੀਅਨ ਵੀਟ ਦਾ ਕਣਕ ਦਾ ਹੈਗਾ, ਲੋਕਲ ਪ੍ਰੋਡਿਊਸਡ ਹੈਗਾ ਨਾ। ਇਹਦੀ ਕਿਹੜੀ ਪ੍ਰੋਡਕਸ਼ਨ ਵੀ ਹੈਗੀ ਆ, ਸਮਾਲ ਬੈਚਸ ਦੇ ਵਿੱਚ ਹੁੰਦੀ ਆ ਜੀ। ਸੋ ਇੱਦਾਂ ਦੇ ਹੈਗੇ that ਅਸੀਂ ਆਟਾ ਸਾਲ ਦਾ ਪੀ ਕੇ ਰੱਖ ਲੈਣਾ ਐਂਡ ਫਿਰ ਉਹਦੇ ਵਿੱਚ ਦਵਾਈਆਂ ਜਾਂ ਪਾਉਣੀਆਂ that ਉਹਦੇ ਮਿਆਦ ਉਹਦੀ ਲਾਈਫ ਨੂੰ ਐਕਸਟੈਂਡ ਕਰਨ ਨੂੰ। ਸਾਰਾ ਨੈਚੁਰਲ ਹੈਗਾ, 100% ਨੈਚੁਰਲ, ਨਾ ਅਸੀਂ ਵਿੱਚ ਪਾਇਆ ਨਾ ਕੁਛ ਉਹਦੇ ਵਿੱਚੋਂ ਕੱਢਿਆ। That's why it is healthy, it's natural and it's local. And ਇਹ ਹੁਣ ਆਟੇ ਹੁਣ ਹੈਗੇ ਆ ਕਿਹੜੇ ਬਾਹਰਲੇ ਕੰਟਰੀ ਤੋਂ ਆਉਂਦੇ ਹੈਗੇ ਆ ਜੀ। They are sitting in the ships for many weeks and months, right? ਜੀ। ਫਿਰ ਉਹਦੇ ਕਿਤੇ ਪ੍ਰੋਡਕਸ਼ਨ ਹੁੰਦੀ ਉੱਥੇ ਵੇਅਰਹਾਊਸਾਂ ਦੇ ਵਿੱਚ ਪਿਆ ਹੁੰਦਾ ਜੀ, ਦੈਨ ਇੱਥੇ ਆ ਕੇ ਵੇਅਰਹਾਊਸਾਂ ਦੇ ਵਿੱਚ ਪਿਆ ਹੁੰਦਾ। ਸਾਡਾ ਕਿਹੜਾ ਹੈਗਾ ਤਾਜ਼ਾ ਹੈਗਾ, ਐਂਡ ਇਸ ਕਰਕੇ ਪੀਪਲ ਆਰ ਰਿਸਪੌਂਡਿੰਗ ਵੈਰੀ ਪੋਜ਼ਿਟਿਵਲੀ ਟੂ ਇਟ।
ਬਿਲਕੁਲ ਮੈਂ ਗਰੰਟੀ ਦੇ ਨਾਲ ਕਹਿ ਸਕਦੀ ਹੈਗੀ ਹਾਂ ਕਿ ਇਹ ਬਹੁਤ ਵਧੀਆ ਆਟਾ ਹੈਗਾ ਆ ਈਜ਼ੀਲੀ ਸਾਨੂੰ ਸਟੋਰਸ ਦੇ ਵਿੱਚ ਜਿਹੜੀਆਂ ਸ਼ੈਲਫਸ ਦੇ ਉੱਤੇ ਅਵੇਲੇਬਲ ਹੈਗਾ ਆ ਅਸੀਂ ਲੈ ਸਕਦੇ ਹੈਗੇ ਆ ਪਰ ਹੁਣ ਅਸੀਂ ਜਿਹੜੇ ਤੁਹਾਡੇ ਸਪੈਸ਼ਲ ਆਟੇ ਹੈਗੇ ਆ ਉਹਨਾਂ ਬਾਰੇ ਗੱਲ ਕਰ ਲਈਏ ਕਿਉਂਕਿ ਬਹੁਤ ਸਾਰੇ ਅਸੀਂ ਇਹੋ ਜਿਹੇ ਲੋਕ ਹੈਗੇ ਆ ਸਾਨੂੰ ਨਹੀਂ ਪਤਾ ਕਿ ਸਾਡੇ ਕੋਲ ਆਪਸ਼ਨਸ ਹੈਗੇ ਨੇ ਕਿਉਂਕਿ ਹੁਣ ਜੇ ਅਸੀਂ ਇਸ ਪੈਂਡੈਮਿਕ ਦੇ ਦੌਰਾਨ ਰਹਿ ਰਹੇ ਹੈਗੇ ਆ ਪਰ ਇਹ ਪੈਂਡੈਮਿਕ ਨੇ ਸਾਨੂੰ ਦੂਜੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਇੰਨੀਆਂ ਹਾਈਲਾਈਟ ਨਹੀਂ ਹੋ ਰਹੀਆਂ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਡਾਇਬੀਟੀਜ਼ ਹੈਗੀਆਂ ਨੇ ਅਸੀਂ ਜੇ ਡਾਇਬੀਟੀਜ਼ ਤੋਂ ਹੀ ਸਟਾਰਟ ਕਰ ਲਈਏ ਕਿ ਮੈਨੂੰ ਲੱਗਦਾ ਕਿ ਹਰੇਕ ਫੈਮਿਲੀ ਦੇ ਵਿੱਚ 1 ਜਾਂ 2% ਇਹੋ ਜਿਹੇ ਨੇ ਜਿਨ੍ਹਾਂ ਨੂੰ ਡਾਇਬੀਟੀਜ਼ ਹੈਗੀਆਂ ਨੇ ਜਿਨ੍ਹਾਂ ਨੂੰ ਸ਼ੂਗਰ ਖਾਣ ਦੇ ਲਈ ਮਨਾ ਕੀਤਾ ਹੋਇਆ ਆ ਤੇ ਸਭ ਤੋਂ ਜ਼ਿਆਦਾ ਸ਼ੂਗਰ ਕਹਿੰਦੇ ਨੇ ਆਟੇ ਦੇ ਵਿੱਚ ਪਰ ਅਸੀਂ ਆਟੇ ਨੂੰ ਰਿਪਲੇਸ ਨਹੀਂ ਕਰ ਸਕਦੇ ਕਿਉਂਕਿ ਸਾਡੀ ਹੈਬਿਟ ਹੈਗੀ ਹੈ ਜੇ ਅਸੀਂ 2-4 ਦਿਨ ਰੋਟੀ ਨਹੀਂ ਖਾਂਦੇ ਸਾਨੂੰ ਕ੍ਰੇਵਿੰਗ ਹੋਣ ਲੱਗ ਜਾਂਦੀ ਹੈ ਕਿ ਅਸੀਂ ਰੋਟੀ ਖਾ ਲਈਏ ਹੁਣ ਸ਼ੂਗਰ ਦੇ ਲੋਕ ਮਰੀਜ਼ ਜਿਹੜੇ ਹੈਗੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਆਟਾ ਛੱਡਣ ਨੂੰ ਕਿਹਾ ਜਾਂਦਾ ਜਾਂ ਉਹ ਫਿਰ ਰਿਪਲੇਸਮੈਂਟ ਭਾਲਦੇ ਹੈਗੇ ਤੁਹਾਡੇ ਵੱਲੋਂ ਆਟਾ ਤਿਆਰ ਕੀਤਾ ਗਿਆ ਡਾਇਬੀਟਿਕ ਲੋਕਾਂ ਦੇ ਲਈ ਹੁਣ ਉਸ ਆਟੇ ਦੇ ਵਿੱਚ ਕੀ ਕੁਝ ਕਿੱਥੋਂ ਤੁਸੀਂ ਉਹ ਅਪਰੂਵ ਕਰਵਾਇਆ ਹੈ ਸੋ ਕਿਸ ਤਰ੍ਹਾਂ ਉਹ ਜਿਹੜੀ ਡਾਇਬੀਟਿਕ ਜਿਹੜਾ ਆਟਾ ਉਹ ਕਿਸ ਤਰ੍ਹਾਂ ਬਣਿਆ ਸੋ ਇਹ ਕਾਫੀ ਲੰਬੀ ਸਟੋਰੀ ਹੈਗੀ ਮੈਂ ਤੁਹਾਨੂੰ ਪੂਰੀ ਹਿਸਟਰੀ ਦੱਸਦਾ ਸਾਡੀ ਫੈਮਿਲੀ ਦੇ ਵਿੱਚ ਡਾਇਬੀਟਿਸ ਇਸ਼ੂ ਹੈਗਾ 1970s ਦੇ ਵਿੱਚ ਮੇਰਾ ਗ੍ਰੈਂਡਫਾਦਰ ਹੀ ਡਾਈਡ ਬਿਕਾਜ਼ ਆਫ ਡਾਇਬੀਟਿਸ ਜੀ ਉਸ ਟਾਈਮ ਤੇ ਟ੍ਰੀਟਮੈਂਟ ਇਸ ਬਿਮਾਰੀ ਦਾ ਇੰਨਾ ਸਖਤ ਨਹੀਂ ਸੀ ਇਨ ਅ ਫੁੱਲ ਪ੍ਰੂਫ ਨਹੀਂ ਸੀ ਉਹੀ ਹੁਣ ਮੇਰੀ ਮਦਰ ਨੂੰ ਹੁਣ ਡਾਇਬੀਟਿਸ ਹੈਗੀ ਆ very serious diabetes so ਸਾਡੀ ਫੈਮਿਲੀ ਦੇ ਵਿੱਚ ਬਿਕਾਜ਼ ਇਹ ਡਿਜ਼ੀਜ਼ ਹੈਗੀ ਆ ਅਸੀਂ ਆਪ ਸੋਚਿਆ ਤੇ ਕੀ ਅਸੀਂ ਸੋਲੂਸ਼ਨ ਲੱਭੀ ਹੈ ਜੀ ਖੁਦ ਤੁਸੀਂ ਦਵਾਈਆਂ ਖਾ ਲਵੋ ਦਵਾਈਆਂ ਕਿਹੜੀਆਂ ਸਾਈਡ ਇਫੈਕਟਸ ਬਹੁਤ ਹੁੰਦੇ ਆ you need ਕਹਿ ਦਵੋ ਲਾਈਕ ਪ੍ਰੀਵੈਂਟਿਵ ਮੈਡੀਸਿਨ ਕਿ ਤੇਰੀ ਲਾਈਫ ਸਟਾਈਲ ਤੁਹਾਨੂੰ ਇਹਦਾ ਚੇਂਜ ਕਰਨਾ ਪੈਂਦਾ that ਤੁਸੀਂ ਆਪਣੀ ਸਿਹਤ ਮੇਨਟੇਨ ਕਰ ਸਕਣ ਸੋ ਸਾਡੀ ਫੈਮਿਲੀ ਦੇ ਵਿੱਚ ਬਿਕਾਜ਼ ਇਹ ਪ੍ਰੋਬਲਮ ਸੀ ਅਸੀਂ ਇਹਦਾ ਕੁਝ ਕਰੀਏ ਇਹਦਾ ਇਲਾਜ ਲੱਭੀਏ ਹੁਣ ਕਿਹੜਾ ਆਟਾ ਹੈਗਾ ਠੀਕ ਆ ਲੋਕ ਕਹਿੰਦੇ ਆਟਾ ਛੱਡ ਦਵੋ ਮੈਂ ਕਹਿੰਦਾ ਹੁੰਦਾ ਆਟਾ ਮਾੜਾ ਆਟਾ ਛੱਡੋ ਓਕੇ ਹੁਣ ਮਾੜਾ ਆਟਾ ਕਿਹੜਾ ਹੈਗਾ ਮਾੜਾ ਆਟਾ ਉਹ ਹੈਗਾ ਕਿਹਦੇ ਵਿੱਚ ਫਾਈਬਰ ਨੇ ਹੈਗਾ ਕਿਹੜਾ ਉਹ ਕਹਿ ਦਵੋ ਜ਼ਿਆਦਾ ਚਿੱਟਾ ਹੈਗਾ ਕਿਹੜਾ ਆਟਾ ਕਿਹੜਾ ਹੈਗਾ ਉਹਦੇ ਵਿੱਚ ਕਹਿ ਦਓ ਜਾਂ ਪ੍ਰੀਜ਼ਰਵੇਟਿਵਸ ਪਏ ਹੁੰਦੇ ਆ ਬਿਕਾਜ਼ ਬਾਡੀ ਕਿਹੜੀ ਹੈਗੀ ਆ ਉਹ ਕਿਤੇ ਵੀ ਖੁਰਾਕ ਖਾ ਗਈ ਉਹਨੂੰ ਡਾਈਜੈਸਟ ਕਰਨਾ ਪੈਂਦਾ ਉਹਨੂੰ ਹਾਜ਼ਮ ਕਰਨਾ ਪੈਂਦਾ ਉਹ ਕੇਲੇ ਉਹਦੇ ਆਟੇ ਦੇ ਵਿੱਚ ਬੁਰਾ ਨਹੀਂ ਹੁੰਦਾ ਫਾਈਬਰ ਨਹੀਂ ਹੁੰਦਾ ਉਹ ਕਿਹੜੇ ਆਟੇ ਦੇ ਵਿੱਚ ਕਿਹੜੀ ਸ਼ੂਗਰ ਹੁੰਦੀ ਆ ਕਣਕ ਦੇ ਵਿੱਚ ਉਹ ਤੁਹਾਡੀ ਬਾਡੀ ਬਹੁਤ ਛੇਤੀ ਅਬਜ਼ੌਰਬ ਕਰ ਲੈਂਦੀ ਹੈ ਓਕੇ ਕਿੱਦਾਂ ਅਬਜ਼ੌਰਬ ਕਰਦੀ ਹੈ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜਾਂ ਤੁਸੀਂ ਕਹਿ ਦਵੋ soda drink people that's the worst thing true right because ਉਹਦੇ ਵਿੱਚ sugar ਬਹੁਤ high ਹੁੰਦੀ ਹੈ and ਉਹ soda drink ਕਿ liquid ਹੁੰਦੀ ਹੈ ਤੁਹਾਡੀ body ਜੀ ਬਹੁਤ ਛੇਤੀ digest ਕਰ ਲੈਂਦੀ ਹੈ okay ਕਿ ਲਿਓ digest ਕਰਦੀ ਹੈਗੀ ਆ ਉਹਦੇ ਵਿੱਚ ਕਿਹੜੀ sugar ਹੁੰਦੀ ਹੈ ਉਹ ਤੁਹਾਡੀ blood stream ਦੇ ਵਿੱਚ ਬਹੁਤ ਛੇਤੀ ਪੈਦਾ ਹੋ ਜਾਂਦੀ ਹੈ ਟ੍ਰਾਂਸਫਰ ਹੋ ਜਾਂਦੀ ਹੈ ਕਿਹੜੀ ਚੀਜ਼ ਹੁੰਦੀ solid ਸੋ ਤੁਸੀਂ ਫੋਰ ਐਗਜ਼ਾਮਪਲ ਕੋਲਾ ਦੇਖ ਲਵੋ ਜਾਂ ਤੁਸੀਂ ਕਹਿ ਲਓ ਕੇਕ ਦੇਖ ਲਵੋ ਜਾਂ ਲੱਡੂ ਦੇਖ ਲਵੋ ਲੱਡੂ ਕੇਕ ਉਹ ਵੀ ਮਾੜੇ ਹੈਗੇ ਆ ਬਟ ਕਿੰਨਾ ਮਾੜਾ ਕੋਲਾ ਹੈਗਾ ਉਹਨੇ ਮਾੜੇ ਉਹ ਨਹੀਂ ਹੈਗੇ ਵਾਈ ਬਿਕਾਜ਼ ਤੁਹਾਡੀ ਬਾਡੀ ਨੂੰ ਸੋਲਿਡ ਚੀਜ਼ ਨੂੰ ਪ੍ਰੋਸੈਸ ਕਰਨ ਨੂੰ ਹਾਜ਼ਮ ਕਰਨ ਨੂੰ ਜ਼ਿਆਦਾ ਟਾਈਮ ਲੱਗਦਾ ਜ਼ਿਆਦਾ ਐਫਰਟ ਲੱਗਦਾ ਉਹ ਜ਼ਿਆਦਾ ਟਾਈਮ ਐਂਡ ਜ਼ਿਆਦਾ ਐਫਰਟ ਦੇ ਨਾਲ ਤੁਹਾਡੇ ਬਾਡੀ ਤੁਹਾਡੇ ਬਲੱਡ ਸਟਰੀਮ ਦੇ ਵਿੱਚ ਸ਼ੂਗਰ ਇੰਨੀ ਛੇਤੀ ਫੈਲਦਾ ਨਹੀਂ ਬਿਲਕੁਲ ਓਕੇ ਸੋ ਸੇਮ ਥਿੰਗ ਵਿਦ ਆਟਾ ਹੁਣ ਆਟਾ ਕਿਹੜਾ ਹੈਗਾ ਦੈਟ ਜਾਂ ਤੁਸੀਂ ਉਹ ਆਟਾ ਜ਼ਿਆਦਾ ਚਿੱਟਾ ਖਾਵੋ ਜਾਂ ਉਹਦੇ ਵਿੱਚ ਪੂਰੇ ਫਾਈਬਰ ਨਾ ਹੋਵੇ ਦੈਨ ਉਹਦੀ ਤੁਹਾਡੀ ਸ਼ੂਗਰ ਕਿਹੜੀ ਹੈਗੀ ਆ ਅਪ ਚ ਹੋ ਜਾਣੀ ਆ ਜੀ ਜੀ ਜਾਂ ਤੁਸੀਂ ਆਟਾ ਖਾਵੋ ਕਿਹਦੇ ਵਿੱਚ ਕਹਿ ਲਓ ਫਾਈਬਰ ਹਾਈ ਹੈਗਾ ਨਾਲੇ ਬਾਕੀ ਹੋਰ ਕਿਹੜੀਆਂ ਆਈਟਮਾਂ ਅਸੀਂ ਕਿਹੜੀਆਂ ਰਿਸਰਚ ਕਰਕੇ ਪਾਈਆਂ ਹੈਗੀਆਂ ਉਹ ਮੈਂ ਤੁਹਾਨੂੰ ਸਮਝਾ ਦੂੰ ਕਿਹੜੀਆਂ ਚੀਜ਼ਾਂ ਹੈਗੀਆਂ ਉਹ ਆਟਾ ਕਿਹੜਾ ਹੈਗਾ ਇੱਕ ਤਾਂ ਉਹਦੀ ਅਬਜ਼ੌਰਪਸ਼ਨ ਨਹੀਂ ਇੰਨੀ ਕੁਇਕ ਹੁੰਦੀ ਬਾਕੀ ਤੁਹਾਡੀ ਇਨਸੂਲਿਨ ਰਿਸਪੌਂਸ ਵੀ ਉਹਦਾ ਵਧੀਆ ਹੁੰਦਾ ਜਿਹੜੀ ਅਸੀਂ ਹੋਰ ਚੀਜ਼ਾਂ ਵਿੱਚ ਪਾਈਆਂ ਹੈਗੀਆਂ ਹੁਣ ਸਾਡਾ ਜਿਹੜਾ ਮਲਟੀਗ੍ਰੇਨ ਆਟਾ ਹੈਗਾ ਉਹਦੇ ਵਿੱਚ ਅਸੀਂ ਕਣਕ ਪਾਈ ਹੈਗੀ ਆ ਹੋਲ ਵੀਟ ਕਣਕ ਸਾਰਾ ਛਿਲਕਾ ਕੇ ਵਿੱਚ ਹੀ ਜਾਂਦਾ ਓਕੇ ਫਿਰ ਉਹਦੇ ਵਿੱਚ ਕਾਲਾ ਚਨਾ ਪਾਇਆ ਹੈਗਾ ਕਾਲਾ ਚਨਾ ਦਾ ਕਹਿੰਦੇ ਛਿਲਕਾ ਹੁੰਦਾ ਉਹ ਵੀ ਬਹੁਤ ਬਾਡੀ ਦੇ ਹੈਲਥੀ ਹੁੰਦਾ ਅੱਛਾ ਹੁੰਦਾ
ਵਿੱਚ ਫਿਰ ਬਾਜਰਾ ਪਾਇਆ ਹੈਗਾ, ਉਹਦੇ ਵਿੱਚ ਵੀ ਬਹੁਤ ਫਾਈਬਰ ਹੁੰਦਾ। ਸੋ ਇਹ ਤਿੰਨ ਚੀਜ਼ਾਂ, ਹੋਲ ਵੀਟ ਕਣਕ, ਹੋਲ ਵੀਟ ਕਣਕ, ਬਾਜਰਾ ਐਂਡ ਕਾਲਾ ਚਨਾ, ਇਹ ਤੁਹਾਡੀ ਫਾਈਬਰ ਕੰਟੈਂਟ ਕਿਹੜਾ ਆਟੇ ਵਿੱਚ ਉਹਨੂੰ ਬੂਸਟ ਕਰਦਾ। ਕਿਲੇ ਉਹ ਫਾਈਬਰ ਜ਼ਿਆਦਾ ਹੁੰਦਾ, ਬਾਡੀ ਨੂੰ ਫਿਰ ਪ੍ਰੋਸੈਸ ਕਰਨ ਨੂੰ ਟਾਈਮ ਲੱਗਦਾ ਜੀ। ਉਹ ਫਿਰ ਕਿਹੜੀ ਉਹਦੇ ਵਿੱਚ ਸ਼ੂਗਰ ਹੁੰਦੀ ਹੈ ਆਟੇ ਦੇ ਵਿੱਚ, ਉਹ ਤੁਹਾਡੇ ਬਲੱਡ ਸਟ੍ਰੀਮ ਦੇ ਵਿੱਚ ਇੰਨੀ ਛੇਤੀ ਅਬਜ਼ੌਰਬ ਨਹੀਂ ਹੁੰਦੀ। ਓਕੇ, ਫਿਰ ਇਹਦੇ ਵਿੱਚ ਅਸੀਂ ਸੋਇਆ ਐਂਡ ਆਲਸੋ ਵੀ ਪਾਈ ਹੈਗੀ ਆ। ਉਹ ਦੋ ਚੀਜ਼ਾਂ ਕਿਹੜੀਆਂ ਹੈਗੀਆਂ, ਤੁਹਾਡੀ ਇਨਸੂਲਿਨ ਨੂੰ ਨਾ ਤੁਹਾਡੇ ਕਿਹੜੇ ਸੈਲਸ ਹੈਗੇ ਆ ਉਹਨਾਂ ਨੂੰ ਇਹਦਾ ਬੂਸਟ ਦਿੰਦੀਆਂ ਹੈਗੀਆਂ, ਦੈਟ ਉਹ ਕਿਹੜੀ ਸ਼ੂਗਰ ਹੁੰਦੀ ਹੈ ਉਹਨੂੰ ਪ੍ਰੋਸੈਸ ਕਰ ਲੈਂਦਾ ਮਚ ਬੈਟਰ। ਓਕੇ, ਸੋ ਇਹ ਆਟਾ ਕਿਹੜਾ ਹੈਗਾ ਸਾਨੂੰ, ਅਸੀਂ ਪਹਿਲਾਂ ਅਸੀਂ ਆਪਣੀ ਫੈਮਿਲੀ ਦੇ ਸ਼ੁਰੂ ਕੀਤਾ ਸੀ, ਫਿਰ ਹੁਣ ਮੇਰੀ ਮਮ ਦੀ ਸ਼ੂਗਰ ਹੁਣ ਕੰਟਰੋਲ ਉਹਦੇ ਵਿੱਚ ਆ ਗਈ ਆ since we started using this and she started using it। ਹੁਣ ਮਾਰਕੀਟ ਦੇ ਵੀ ਕਾਫੀ ਐਕਸੈਪਟੈਂਸ ਕਰ ਲਈ ਹੈਗੀ ਆ। ਮੈਂ ਤੁਹਾਨੂੰ ਇੱਕ ਸਟੋਰੀ, ਪਰਸਨਲ ਸਟੋਰੀ ਹੋਰ ਦੱਸ ਦਿੰਦਾ। ਵਨ ਟਾਈਮ ਮੈਂ ਆਊਟ ਆਫ ਸਟੇਸ਼ਨ ਸੀ, ਨਾਲੇ ਮੈਂ ਟੈਕਸੀ ਦੇ ਵਿੱਚ ਚੜ੍ਹਿਆ। ਓਕੇ, ਨਹੀਂ ਤੁਹਾਨੂੰ ਪਤਾ ਸਾਡੇ ਭੈਣੋ ਭਰਾ ਮੋਸਟਲੀ ਸਾਡੇ ਭਰਾ ਟੈਕਸੀਆਂ ਚਲਾਉਂਦੇ ਹੁੰਦੇ ਆ, ਬਿਲਕੁਲ। ਐਂ ਸਾਡੇ ਕਮਿਊਨਿਟੀ ਨੂੰ ਵੀ ਉੱਦਾਂ ਵੀ ਆਦਤ ਹੁੰਦੀ ਆ ਤਾਂ ਪੁੱਛਣ ਨੂੰ ਤੁਸੀਂ ਕਿੱਥੋਂ ਹੈਗੇ ਆ, ਦੱਸਦਾ ਉਹਨੂੰ ਦੇਖਦਾ ਮੈਂ ਪੰਜਾਬੀ ਹੈਗਾ। ਸੋ ਮੈਂ ਉਹਨੂੰ ਉਹ ਮੈਨੂੰ ਪੁੱਛਣਾ ਵੀ ਤੁਸੀਂ ਕਿੱਥੋਂ ਆ। ਮੈਂ ਉਹਨੂੰ ਸਮਝਾਇਆ ਕਿ ਤੁਸੀਂ ਕੀ ਕਰਦੇ ਆ। ਮੈਂ ਕਿਹਾ ਮੈਂ ਹੈਗਾ ਤਾਂ ਮੈਂ ਵਕੀਲ ਹੈਗਾ, ਪਰ ਮੈਂ ਆਪਣੀ ਫੈਮਿਲੀ ਬਿਜ਼ਨਸ ਸਾਂਭੀ ਹੈਗੀ ਹੈ। ਕਹਿੰਦਾ ਕਿਹੜੀ? ਮੈਂ ਕਿਹਾ ਮੇਲ ਸਟ੍ਰੀਮ। ਉਹਨੇ ਗੱਡੀ ਰੋਕ ਲਈ, ਬ੍ਰੇਕਾਂ ਮਾਰ ਲਈਆਂ ਗੱਡੀ ਦੀਆਂ। ਮੈਂ ਸੋਚਣ ਲੱਗ ਪਿਆ ਕਿ ਬ੍ਰੇਕਾਂ ਤੇ ਮਾਰ ਲਈਆਂ, ਗੱਲ ਕੀ ਹੋ ਗਿਆ, ਰਾਈਟ? ਕਹਿੰਦਾ ਤੁਸੀਂ ਉਹ ਡਾਇਬੈਟਿਕ ਆਟਾ ਕੱਢਦੇ ਹੈਗੇ? ਮੈਂ ਕਿਹਾ ਯੈਸ ਅਸੀਂ ਉਹ ਕੱਢਦੇ ਹਾਂ। ਕਹਿੰਦਾ ਸਾਡੀ ਸਾਰੀ ਫੈਮਿਲੀ ਨੂੰ ਇੰਨੀ ਇਸ਼ੂ ਹੁੰਦੀ ਕਿੱਦਾਂ ਅਸੀਂ ਤੁਹਾਡਾ ਆਟਾ ਖਾਣ ਲੱਗੇ, ਸਾਡੀ ਸਾਰੇ ਦੀ ਸ਼ੂਗਰ ਕੰਟਰੋਲ ਦੇ ਵਿੱਚ ਆ ਗਈ ਹੈ, ਡਾਊਨ ਆ ਗਈ ਹੈ। ਉਹ ਮੇਰੇ ਤੋਂ ਕਿਹੜੀ ਹੈਗੀ ਹੈ ਫੇਅਰ ਜੀ, what how do you say fair in ਪੰਜਾਬੀ? ਕਿਰਾਇਆ। ਉਹ ਕਿਰਾਇਆ ਨਾ ਲਵੇ ਮੇਰੇ ਤੋਂ। ਮੈਂ ਕਿਹਾ ਨੋ, ਮੈਂ ਕਿਹਾ ਇਹ ਤੁਹਾਡੀ ਸਰਵਿਸ ਹੈਗੀ, ਮੈਂ ਤੁਹਾਨੂੰ ਦੇਣਾ ਹੈਗਾ, ਪਰ ਬਹੁਤ ਤੁਹਾਨੂੰ ਮੈਨੂੰ ਇੰਨੀ ਖੁਸ਼ੀ ਤੇ ਤੁਸੀਂ ਆਪਣੀ ਪਰਸਨਲ ਸਟੋਰੀ ਸਾਨੂੰ ਦੱਸੀ। ਯੂ ਨੋ, ਸੋ ਸਮਟਾਈਮਸ ਯੂ ਥਿੰਕ ਯੂ ਨੋ ਲਾਈਫ ਦੇ ਵਿੱਚ it's not about money, right? ਬਿਲਕੁਲ, it's not about money। ਇਹ ਕਿ ਤੁਸੀਂ ਪਰਸਨਲ connection on their personal experience on the people now, if you can gather, if you can impact their life positively in a good way, ਉਹਦੇ ਵਿੱਚ ਤੁਸੀਂ ਉਹ ਤੇ ਕੋਈ ਕਹਿ ਦੋ ਪ੍ਰਾਈਸ ਹੀ ਨਹੀਂ ਪਾ ਸਕਦੇ, ਰਾਈਟ? ਉਹ ਹਾਲੇ ਵੀ I remember that gentleman Toronto ਸੀ ਉਹ, and I still remember to this day that ਉਹ what he looked like, ਉਹਨੇ ਕੀ ਮੈਨੂੰ ਕਿਹਾ। ਐਂਡ ਮੈਂ ਲਿਸਨਰਸ ਨੂੰ ਉਹਨਾਂ ਨੂੰ ਵੀ ਕਹਿੰਦਾ ਹੈਗਾ ਕਿ ਤੁਹਾਡੀ ਫੈਮਿਲੀ ਵਿੱਚ ਇਸ਼ੂ ਹੈਗਾ, ਪਲੀਜ਼ ਟਰਾਈ ਦਿਸ ਆਟਾ and ਸਾਨੂੰ ਦੱਸੋ, has it made an impact? Yes. Has it affected your life? ਇਹ ਆਟੇ ਦੇ ਫੇਰ ਕਿਹੜਾ ਹੈਗਾ, ਡਾਇਬੀਟੀਜ਼ ਕੈਨੇਡਾ ਨੇ ਉਹ ਲੱਭਦੇ ਸੀ that ਐਸੋਸੀਏਸ਼ਨ ਹੈਗੀ ਕੈਨੇਡਾ ਦੇ ਵਿੱਚ, very famous ਐਸੋਸੀਏਸ਼ਨ ਹੈਗੀ ਆ। ਇਹ ਐਸੋਸੀਏਸ਼ਨ ਐਕਚੁਅਲੀ ਇਹਨਾਂ ਨੇ ਪਹਿਲਾਂ ਸ਼ੁਰੂ ਕੀਤੀ ਸੀ ਕੈਨੇਡੀਅਨ ਗਵਰਨਮੈਂਟ ਨੂੰ in respect of Dr. Banting. Dr. Banting ਬਹੁਤ famous Canadian doctor ਸੀ। Do you know insulin Canadian ਨੇ discover ਕੀਤੀ ਸੀ? ਜੀ, right? So ਉਹਦੇ in honor of him ਉਹਨਾਂ ਨੇ ਇਹ association ਸ਼ੁਰੂ ਕੀਤੀ ਸੀ। ਨਾਲੇ ਉਹਨਾਂ ਨੇ ਸਾਨੂੰ approach ਕੀਤਾ that number 1 community ਕਿਹੜੀ ਹੈਗੀ ਆ in Canada ਦੇ ਵਿੱਚ ਕਿ ਉਹਨੂੰ ਸ਼ੂਗਰ ਦੀ ਪ੍ਰੋਬਲਮ ਹੈਗੀ ਸਾਡੇ ਸਾਊਥ ਏਸ਼ੀਅਨ। ਓਕੇ, ਸੋ ਤੁਸੀਂ ਕੁਛ ਅਸੀਂ ਦੇਖਿਆ ਹੈਗਾ ਦਾ ਆਟਾ, ਅਸੀਂ ਸੁਣਿਆ ਹੈਗਾ, ਐਂਡ ਉਹਨਾਂ ਫਿਰ ਇੱਥੇ ਆਪਣੀ ਇਨਵੈਸਟੀਗੇਸ਼ਨ ਕੀਤੀ, ਐਂਡ ਇੱਥੇ ਤੱਕ ਤੇ ਫਿਰ ਉਹਨਾਂ ਨੇ ਕਿਹਾ that ਕਿ ਸਾਡੀ ਕੈਨੇਡੀਅਨ ਡਾਇਬੀਟੀਜ਼ ਦੀ ਮੋੜ ਹੈਗੀ ਆ, ਉਹ ਤੁਸੀਂ ਆਪਣੇ ਬੈਗ ਤੇ ਛਪਾ ਸਕਦੇ ਆ। ਸੋ ਲੋਕਾਂ ਨੂੰ ਕੰਫਰਟ ਫੀਲ ਹੋਵੇ ਤਾਂ ਅਸੀਂ ਵੀ ਬੈਕ ਕਰਦੇ ਹੈਗੇ ਸਾਡੇ ਜੀ। ਸਟੈਂਪ ਤੁਹਾਡੇ ਅੱਡੇ ਦੇ ਉੱਤੇ ਅਸੀਂ ਦੇਖ ਸਕਦੇ ਹੈਗੇ ਕਿ ਡਾਇਬੀਟੀਜ਼ ਕੈਨੇਡਾ ਦੀ ਜਿਹੜੀ ਉਹ ਸਟੈਂਪ ਜਿਹੜੀ ਉਹ ਲੱਗੀ ਹੋਈ ਹੈਗੀ ਹੈ। ਸੋ ਕਿੰਨੇ ਕੁ ਸਾਲ ਹੋ ਗਏ ਇਹਨਾਂ ਨੂੰ ਉਹ ਸਟੈਂਪ ਲਗਾਈ ਨੂੰ? ਕਿੰਨੇ ਸਾਲ ਹੋ ਗਏ ਤੁਹਾਨੂੰ ਉਹਨਾਂ ਨੇ ਤੁਹਾਨੂੰ ਅਪਰੋਚ ਕੀਤੇ ਨੇ? ਇਹ ਮੈਨੂੰ ਲੱਗਦਾ ਜਦ 2017 ਜਾਂ 2018 ਦੇ ਵਿੱਚ। ਸੋ ਹੁਣ ਸਾਡਾ ਤੀਸਰਾ ਸਾਲ ਸ਼ੁਰੂ ਹੋ ਗਿਆ ਹੈਗਾ ਉਹਨਾਂ ਦਾ ਇਨਵੋਲਵਮੈਂਟ ਦਾ। ਇਸ ਲੋਗੋ ਦਾ ਵੀ ਮੈਂ ਮਾੜਾ ਜਿਹਾ ਤੁਹਾਨੂੰ ਐਕਸਪਲੇਨ ਕਰਨਾ ਹੈਗਾ। ਲੋਗੋ ਵੀ ਕਹਿ ਦੋ, ਹੁਣ ਉਹਨਾਂ ਨੇ ਆਪਣੇ ਸੋਚ ਦੇ ਨਾਲ ਤਾਂ ਉਹਨੇ ਲੋਗੋ ਬਣਾਇਆ ਹੈਗਾ that ਹੁਣ ਮੈਂ ਕਿੱਦਾਂ ਐਕਸਪਲੇਨ ਕਰਾਂ that ਉਹ ਲੋਗੋ ਦੇ ਵਿੱਚ ਉਹਨਾਂ ਨੇ ਡਾਇਬੀਟੀਜ਼ ਦੇ ਵਿੱਚ ਇੱਦਾਂ ਕਹਿ ਲਓ ਲਾਈਨ ਪਾਈ ਹੋਆ। ਓਕੇ, ਸਾਡੇ ਲੋਕਾਂ ਨੂੰ ਭੁਲੇਖਾ ਲੱਗ ਜਾਂਦਾ ਜੀ। ਉਹ ਕਹਿੰਦੇ ਹੈਗੇ ਆ that ਇਹ ਲੋਗੋ ਕਿਹੜਾ ਹੈਗਾ, ਇਹ ਲੋਗੋ ਪਹਿਲਾਂ ਤੁਹਾਡਾ ਹੁੰਦਾ ਸੀ, ਹੁਣ ਨਹੀਂ ਹੈਗਾ। ਐਂਡ ਮੈਂ ਮੰਗਦਾ ਲਿਸਨਰਸ ਨੂੰ ਸਮਝਾਉਣ ਨੂੰ that ਇਹ ਹੈਗਾ ਲੋਗੋ ਡਿਜ਼ਾਈਨ ਹੈਗਾ ਇੱਦਾਂ,
ਉਹਨਾਂ ਨੇ ਡਾਇਬੀਟੀਜ਼ ਐਸੋਸੀਏਸ਼ਨ ਨੇ ਲੋਗੋ ਇਦਾਂ ਬਣਾਇਆ that ਕਿਹੜੀ ਡਾਇਬੀਟੀਜ਼ ਹੈਗੀ ਆ, ਕਿਹੜੀ ਵਰਡ ਡਾਇਬੀਟੀਜ਼ ਹੈਗੀ ਆ, ਉਹਨੂੰ ਖਤਮ ਕਰਨਾ। ਸੋ ਦੈਟਸ ਵਾਈ ਕਿ ਲੋਗੋ ਤੁਸੀਂ ਉਹਨੂੰ ਦੇਖੋ, ਉਹ ਲੋਗੋ ਇਦਾਂ ਲੱਗਦਾ ਹੈਗਾ ਤਾਂ ਮੇਬੀ ਅਸੀਂ ਸਟ੍ਰਾਈਕ ਆਊਟ ਕੀਤਾ ਜਾਂ ਉਹ ਲੋਗੋ ਮੇਬੀ ਸਾਡਾ ਨਹੀਂ ਅਪਰੂਵਡ ਹੈਗਾ। ਉਹ ਬਿਲਕੁਲ ਅਪਰੂਵਡ ਹੈਗਾ। ਆਈ ਵਾਂਟ ਟੂ ਟੈਲ ਦ ਲਿਸਨਰਸ ਬਿਲਕੁਲ ਅਪਰੂਵਡ ਹੈਗਾ। ਉਹਦਾ ਡਿਜ਼ਾਈਨ ਹੀ ਇਦਾਂ ਦਾ ਹੈਗਾ ਦੈਟ ਉਹਨਾਂ ਨੇ ਡਾਇਬੀਟੀਜ਼ ਕਿਹੜਾ ਲਫ਼ਜ਼ ਹੈਗਾ ਉਹ ਮੰਗਦਾ ਹੈਗਾ, ਉਹਨੂੰ ਉਹਦੇ ਵਿੱਚ ਲਾਈਨ ਪਾਈ ਹੋਈ ਹੈ, ਕਿਲ ਕੀਤਾ ਹੈਗਾ। ਐਗਜ਼ੈਕਟ ਜੀ ਬਿਲਕੁਲ। ਡਾਇਬੀਟੀਜ਼ ਇੱਕ ਬਹੁਤ ਜ਼ਿਆਦਾ ਬਿਮਾਰੀ ਵੱਡੀ ਹੈਗੀ ਹੈ। ਦੇਰ ਆਰ ਮੈਨੀ ਸਟੋਰੀਜ਼ ਇਨ ਦ ਕਮਿਊਨਿਟੀ ਕਿ ਜਿਹੜੇ ਇਫੈਕਟ ਹੋਏ ਆ ਡਾਇਬੀਟੀਜ਼ ਨੂੰ ਲੈ ਕੇ। ਬਹੁਤ ਵਧੀਆ ਕਿ ਤੁਹਾਡੇ ਕੋਲ ਆਟਾ ਹੈਗਾ ਆ ਕਿ ਅਸੀਂ ਆਪਣੀ ਜਿਹੜੀ ਡੇਲੀ ਰੂਟੀਨ ਹੈਗਾ ਆ, ਖਾਣ ਪੀਣ ਦਾ ਰੂਟੀਨ ਆ, ਉਹਦੇ ਵਿੱਚ ਉਹ ਆਟਾ ਐਡ ਕਰ ਸਕਦੇ ਆ। ਹੋਰ ਵੀ ਬਹੁਤ ਆਟੇ ਹੈਗੇ ਆ। ਬਿਮਾਰੀਆਂ ਜਿਵੇਂ ਗਲੂਟਨ ਦੀ ਬਿਮਾਰੀ ਹੈਗੀ, ਉਹਦੇ ਬਾਰੇ ਗੱਲ ਕਰਾਂਗੇ। ਬ੍ਰੇਕ ਲਾ ਲੈਂਦੇ ਆ ਮਿਸਟਰ ਗਿੱਲਨ, ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ। ਥੈਂਕ ਯੂ। ਮਿਸਟਰ ਜੈਗ ਗਿੱਲਨ ਦੇ ਨਾਲ ਗੱਲਬਾਤ ਹੋ ਰਹੀ ਹੈ, ਜਿਨ੍ਹਾਂ ਨੇ ਦੱਸਿਆ ਕਿ ਡਾਇਬੀਟੀਜ਼ ਨੂੰ ਲੈ ਕੇ ਇਹਨਾਂ ਨੇ ਇੱਕ ਆਟਾ ਬਣਾਇਆ ਹੋਇਆ ਤੇ ਲੋਕ ਪਸੰਦ ਵੀ ਕਰ ਰਹੇ ਨੇ ਮਾਰਕੀਟ ਦੇ ਵਿੱਚ। ਪਰ ਅਜੇ ਵੀ ਬਹੁਤ ਸਾਰੀਆਂ ਫੈਮਿਲੀਜ਼ ਨੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਜੇ ਉਹਨਾਂ ਨੂੰ ਡਾਇਬੀਟੀਜ਼ ਹੈ ਤਾਂ ਉਹ ਆਪਣਾ ਆਟਾ ਰਿਪਲੇਸ ਕਰਕੇ ਉਹ ਆਟਾ ਵਰਤ ਸਕਦੇ ਆ ਜਿਹੜਾ ਇਹਨਾਂ ਦੇ ਵੱਲੋਂ ਮਿਲਸਟ੍ਰੀਮ ਦੇ ਵੱਲੋਂ ਬਣਾਇਆ ਗਿਆ ਤੇ ਡਾਇਬੈਟਿਕ ਕੈਨੇਡਾ ਦੀ ਉਹਦੇ ਤੇ ਮੋਹਰ ਲੱਗੀ ਹੋਈ ਹੈ। ਹੋਰ ਕਿਹੜੇ ਆਟੇ ਨੇ ਉਹਨਾਂ ਬਾਰੇ ਵੀ ਜਾਣਕਾਰੀ ਲੈਂਦੇ ਆ, ਪਰ ਰੁਕਦੇ ਆ ਕਮਰਸ਼ੀਅਲ ਬ੍ਰੇਕ ਦੇ ਲਈ। ਵੈਲਕਮ ਬੈਕ ਆਫਟਰ ਅ ਸ਼ਾਰਟ ਬ੍ਰੇਕ। ਯੂ ਆਰ ਵਾਚਿੰਗ ਖਾਸ ਮੁਲਾਕਾਤ, ਤੇ ਖਾਸ ਮੁਲਾਕਾਤ ਅੱਜ ਹੋ ਰਹੀ ਹੈ ਮਿਸਟਰ ਜੈਗ ਗਿੱਲਨ ਦੇ ਨਾਲ। ਸੋ ਮਿਸਟਰ ਗਿੱਲਨ, ਜਿੱਦਾਂ ਅਸੀਂ ਬ੍ਰੇਕ ਤੋਂ ਪਹਿਲਾਂ ਡਾਇਬੀਟਿਕ ਆਟਾ ਜਿਹੜਾ ਹੈਗਾ ਉਹਦੀ ਗੱਲ ਕੀਤੀ ਹੈਗੀ ਆ, ਪਰ ਨਾਲ ਗਲੂਟਨ ਫ੍ਰੀ ਆਟਾ ਹੈਗਾ ਹੈ। ਹੁਣ ਗਲੂਟਨ ਦੀ ਜਿਹੜੀ ਬਿਮਾਰੀ ਹੈਗੀ ਹੈ ਪਹਿਲਾਂ ਘੱਟ ਸੁਣਨ ਨੂੰ ਮਿਲਦੀ ਹੁੰਦੀ ਸੀ ਕਿ ਗਲੂਟਨ ਤੋਂ ਅਲਰਜੀ ਹੈਗੀ ਹੈ ਸਾਨੂੰ, ਅਸੀਂ ਗਲੂਟਨ ਨਹੀਂ ਖਾਣਾ। ਤੇ ਪਰ ਹੁਣ ਟਾਈਮ ਟੂ ਟਾਈਮ ਸਾਨੂੰ ਬਹੁਤ ਸਾਰੀਆਂ ਐਗਜ਼ਾਮਪਲਸ ਦੇਖਣ ਨੂੰ ਮਿਲ ਰਹੀਆਂ ਨੇ। ਬਹੁਤ ਸਾਰੇ ਬੱਚਿਆਂ ਦੇ ਵਿੱਚ ਗਲੂਟਨ ਦੀ ਪ੍ਰੋਬਲਮ ਹੈਗੀ ਹੈ, ਵੱਡਿਆਂ ਦੇ ਵਿੱਚ ਹੈਗੀ ਹੈ ਕਿ ਅਸੀਂ ਗਲੂਟਨ ਨਹੀਂ ਖਾ ਰਹੇ। ਤੇ ਗਲੂਟਨ ਫ੍ਰੀ ਆਟਾ ਤੁਹਾਡੇ ਵੱਲੋਂ ਬਣਾਇਆ ਗਿਆ ਹੈ ਕਿ ਅਸੀਂ ਉਹ ਆਟਾ ਬਣਾ ਰਹੇ ਹੈਗੇ ਆ। ਸੋ ਤੁਸੀਂ ਉਹ ਆਟਾ ਕਦੋਂ ਸਟਾਰਟ ਕੀਤਾ ਸੀ ਤੇ ਉਹਦੇ ਵਿੱਚ ਕੀ ਅਜਿਹੀ ਚੀਜ਼ ਹੈ ਜਿਹੜੀ ਤੁਸੀਂ ਗਲੂਟਨ ਕਿੱਦਾਂ ਫ੍ਰੀ ਕਰਦੇ ਆ ਆਟੇ ਨੂੰ? ਓਕੇ, ਸੋ ਕਿੱਦਾਂ ਅਸੀਂ ਪਹਿਲਾਂ ਗੱਲ ਕਰਦੇ ਸੀ ਤੇ ਕਿਹੜਾ ਡਾਇਬੈਟਿਕ ਆਟਾ ਹੈਗਾ ਉਹ ਇੰਪੈਕਟ ਕਰਦਾ ਹੈਗਾ ਮੋਸਟਲੀ ਸਾਰੇ ਬਜ਼ੁਰਗਾਂ ਨੂੰ, ਕਿਹੜੇ 올ਡਰ ਜਨਰੇਸ਼ਨ ਹੈਗੀ ਹੈ। ਕਿਹੜੀ ਹੈਗਾ ਗਲੂਟਨ ਦੀ ਐਲਰਜੀ ਉਹ ਸਾਡੇ ਯੰਗ ਜਨਰੇਸ਼ਨ ਨੂੰ ਇੰਪੈਕਟ ਕਰਦਾ। ਓਕੇ, ਸੋ ਗਲੂਟਨ ਦੀ ਐਲਰਜੀ ਹੈਗੀ ਕੀ ਹੈ? ਗਲੂਟਨ ਦੀ ਐਲਰਜੀ ਹੈਗੀ ਹੈ ਦੈਟ ਉਹ ਬੱਚੇ ਤੋਂ ਹਾਜ਼ਮ ਨਹੀਂ ਹੁੰਦੀ। ਓਕੇ, ਕਿਹੜੇ ਗਲੂਟਨ ਹੈਗਾ, ਗਲੂਟਨ ਐਕਚੁਅਲੀ ਪ੍ਰੋਟੀਨ ਹੈ। ਇਹ ਪ੍ਰੋਟੀਨ ਕਣਕ ਦੇ ਵਿੱਚ ਹੀ ਹੁੰਦੀ ਆ ਜੀ। ਇਹ ਕਿਹੜੀ ਗਲੂਟਨ ਕਿਹੜੀ ਹੈਗੀ ਹੈ, ਕਿਹੜੀ ਬਾਡੀ ਹੈਗੀ ਹੈ ਉਹਨੂੰ ਪ੍ਰੋਸੈਸ ਕਰ ਨਹੀਂ ਸਕਦੀ। ਐਂਡ ਫਿਰ ਬਾਡੀ ਕਿਹੜੀ ਹੈਗੀ ਹੈ ਉਹ ਬਹੁਤ ਮਹਿਸੂਸ ਫੀਲ ਕਰਦੀ ਹੈ, ਲੈਥਾਰਜੀ ਆ ਜਾਂਦੀ ਹੈ ਐਂਡ ਮੈਨੀ ਅਦਰ ਇਸ਼ੂਜ਼ ਆਉਣ ਲੱਗ ਪੈਂਦੇ ਹੈਗੇ ਆ ਜੀ। ਓਕੇ, ਬਿਗੇਸਟ ਇਸ਼ੂ ਕਿਹੜਾ ਆਲਸੋ ਹੈਗਾ ਸੋਸ਼ਲ ਵਨ। ਹੁਣ ਤੁਸੀਂ ਰੋਟੀ ਜਾਂ ਤੁਸੀਂ ਘਰ ਖਾਣੀ ਹੈਗੀ ਆ, ਬੱਚਾ ਰੋਟੀ ਨਹੀਂ ਖਾ ਸਕੇ, ਉਹਨੂੰ ਅਲੱਗ ਬਣਾਉਣਾ ਪੈਂਦਾ। ਸੋ ਅਸੀਂ 2018 ਦੇ ਵਿੱਚ ਇਹ ਸੋਚਿਆ ਹੈਗਾ ਤਾਂ ਕਿੱਦਾਂ ਅਸੀਂ ਡਾਇਬੀਟੀਜ਼ ਦੇ ਸਾਨੂੰ ਇਸ਼ੂ ਆਉਂਦੇ ਹੈਗੇ ਆ, ਸਾਨੂੰ ਬੱਚਿਆਂ ਦੇ ਕਿਤੇ ਗਲੂਟਨ ਫ੍ਰੀ ਦੇ ਇਸ਼ੂ ਹੈਗੇ ਆ, ਇਹਨੂੰ ਵੀ ਰਿਜ਼ੋਲਵ ਕਰੋ, ਇਹਦਾ ਵੀ ਕੋਈ ਸੋਲੂਸ਼ਨ ਲੱਭੋ ਕੋਈ। ਸੋ ਅਸੀਂ ਕੀ ਕੀਤਾ 2018 ਦੇ ਵਿੱਚ ਅਸੀਂ ਇੱਕ ਅਲੱਗ ਫੈਕਟਰੀ ਬਣਾਈ। ਓਕੇ, ਸੋ ਗਲੂਟਨ ਫ੍ਰੀ ਜਦ ਤੁਸੀਂ ਕੱਢਣਾ ਹੈਗਾ ਪ੍ਰੋਡਕਟ, ਕਿਹੜੀ ਵੀ ਬੰਦੇ ਨੇ ਜੇ ਬਣਾਉਣਾ ਹੋਵੇ ਕੱਢਣਾ ਹੋਵੇ ਉਹ ਅਲੱਗ ਫੈਕਟਰੀ ਵਿੱਚ ਕੱਢਣਾ ਪੈਂਦਾ। ਟੋਟਲ ਜਿਹੜੀ ਫੈਕਟਰੀ ਆ ਉਹੀ ਅਲੱਗ ਜਿਹੜੀ ਤੁਹਾਨੂੰ ਬਣਾਉਣੀ ਪੈਂਦੀ ਹੈ। ਯੈਸ, ਹਾਂਜੀ, ਫੈਕਟਰੀ, ਫਿਰ ਉਹ ਫੈਕਟਰੀ ਵਿੱਚ ਮਸ਼ੀਨਰੀ ਵੀ ਸਭ ਕੁਝ ਅਲੱਗ ਹੋਣੀ ਚਾਹੀਦੀ ਆ। ਇਸ਼ੂ ਕੀ ਹੈਗਾ ਤਾਂ ਕਿੱਲੇ ਤੁਸੀਂ ਕੋਈ ਕਣਕ ਦੀ ਚੀਜ਼ ਇੱਕ ਫੈਕਟਰੀ ਵਿੱਚ ਬਣਾਵੋ, ਉਹ ਉੜ ਕੇ ਕਿਹੜਾ ਗਲੂਟਨ ਹੈਗਾ ਉਹ ਉੜ ਕੇ ਮਿਕਸ ਹੋ ਜਾਂਦਾ। ਓਕੇ, ਐਂਡ ਤੁਸੀਂ ਕਿਹੜਾ ਟੈਕਨੀਕਲ ਲੀਗਲ ਡੈਫੀਨੇਸ਼ਨ ਕਿਹੜਾ ਹੈਗਾ ਗਲੂਟਨ ਫ੍ਰੀ ਦਾ ਦੈਟ 20 ਪਾਰਟਸ ਪਰ ਮਿਲੀਅਨ ਤੋਂ ਲੈਸ ਹੋਣਾ ਚਾਹੀਦਾ। ਸੋ ਤੁਸੀਂ ਦੇਖ ਲਵੋ ਦੈਟ ਕਣਕ ਤੇ ਛਿੱਟਾ ਲਾ ਲਵੋ ਜਾਂ ਤੁਸੀਂ ਆਟੇ ਦੇ ਚਮਚਾ ਲਾ ਲਵੋ ਜਾਂ ਕੁਛ ਵੀ ਮਾੜੀ ਸੈਂਪਲ ਲਾ ਲਵੋ, ਉਹਦੇ ਤੁਸੀਂ 1 ਮਿਲੀਅਨ ਹਿੱਸੇ ਬਣਾਉਣੇ ਆ ਜੀ। ਉਹ 1 ਮਿਲੀਅਨ ਦੇ ਵਿੱਚ ਜੇ 20 ਹਿੱਸੇ ਜ਼ਿਆਦਾ ਹੋਣ ਗਲੂਟਨ ਦੇ then gluten free ਹੋ ਨਹੀਂ ਸਕਦਾ। ਓਕੇ, ਸੋ ਸਾਨੂੰ ਬਹੁਤ ਪ੍ਰੀਕਾਸ਼ਨ ਲੈਣੇ ਪੈਂਦੇ ਹੈਗੇ ਆ ਦੈਟ ਸਾਡੀ ਪ੍ਰੋਡਕਸ਼ਨ ਅਲੱਗ ਹੋਵੇ, ਬੰਦੇ ਵੀ ਅਲੱਗ ਪ੍ਰੋਡਿਊਸ ਕਰਨ, ਮਸ਼ੀਨਰੀ ਵੀ ਸਾਰੇ ਅਲੱਗ ਹੋਵੇ ਜੀ। ਓਕੇ, ਸੋ ਇਹ ਗਲੂਟਨ ਫ੍ਰੀ ਆਟਾ ਕਿਹੜਾ ਅਸੀਂ ਕੱਢਿਆ ਹੈਗਾ ਇਹ ਹੁਣ ਮੈਂ ਸਮਝਾ ਦਿੱਤਾ ਕਿ ਅਲੱਗ ਫੈਕਟਰੀ ਬਣਦਾ। ਸੈਕੰਡ ਇਸ਼ੂ ਕਿਹੜਾ ਸਾਨੂੰ ਆਇਆ ਸੀ ਦੈਟ ਕਿਹੜਾ ਹੈਗਾ ਗਲੂਟਨ ਫ੍ਰੀ ਉਹਦੇ ਵਿੱਚ
ਉਹਦੀ ਰੋਟੀ ਗੁਣ ਨਹੀਂ ਹੁੰਦੀ ਜੀ ਓਕੇ ਇਟਸ ਅ ਬਿਗ ਪ੍ਰੋਬਲਮ ਕਾਹਦੇ ਕਿ ਉਹਦੇ ਵਿੱਚ ਗਲੂਟਨ ਹੈਗਾ ਓਕੇ ਗਲੂਟਨ ਕਿਹੜਾ ਹੈਗਾ ਗਲੂਟਨ ਇਜ਼ ਲਾਈਕ ਗਲੂ ਉਹ ਬਾਈਂਡ ਕਰ ਦਿੰਦਾ ਯਾ ਸੋ ਅਸੀਂ ਰੈਸਿਪੀ ਇਦਾਂ ਦੀ ਬਣਾਈ ਹੈਗੀ that ਉਹ ਸਾਡੇ ਗਲੂਟਨ ਫ੍ਰੀ ਆਟੇ ਦੀ ਵੀ ਬਾਈਂਡਿੰਗ ਹੋ ਜਾਂਦੀ ਆ ਓਕੇ ਨਾਲੇ ਅਸੀਂ ਇਦਾਂ ਦਾ ਆਟਾ ਬਣਾਇਆ ਤਾਂ ਕੱਲਾ ਕਿਹੜਾ ਗਲੂਟਨ ਨੂੰ ਐਲਰਜੀ ਹੈਗੀ ਹੈ ਉਹ ਵੀ ਛਕ ਸਕੇ ਪਰ ਦੂਸਰੇ ਕਿਹੜੇ ਫੈਮਿਲੀ ਵਿੱਚ ਹੈਗੇ ਆ ਉਹ ਵੀ ਛਕ ਸਕੇ ਇਹਦੀ ਟੇਸਟੀ ਦਾ ਬਣਾਇਆ ਅਸੀਂ ਕਿਹਾ that no use making something ਜਦੋਂ ਟੇਸਟੀ ਨਹੀਂ ਹੈਗਾ ਹੁਣ ਤੁਸੀਂ ਗਲੂਟਨ ਫ੍ਰੀ ਆਈਟਮਸ ਹੁਣ ਤਾਂ ਕਾਫੀ ਇੰਪਰੂਵਮੈਂਟ ਹੋ ਗਈ ਹੈ but ਕਿ ਗਲੂਟਨ ਫ੍ਰੀ ਪਹਿਲਾ ਇਸ਼ੂ ਹੋਣ ਲੱਗ ਪਿਆ ਸੀ ਬਹੁਤ ਗਲੂਟਨ ਫ੍ਰੀ ਆਈਟਮਾਂ ਮਿਲਦੀ ਸੀ ਨਾ ਉਹਦਾ ਕੋਈ ਟੇਸਟ ਨਹੀਂ ਹੁੰਦਾ ਸੀ and people ਫਿਰ they gave up on it so this is what we've done with our flour and I'm happy to say that ਇਹ ਅਸੀਂ ਯੰਗ ਬੱਚੇ ਵੀ ਹੁਣ ਨਾਓ ਇੰਜੋਏ ਕਰ ਸਕਦੇ ਹੈਗੇ ਕੱਲੀ ਰੋਟੀ ਨਹੀਂ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਬੇਕ ਕਰਦੇ ਹੈਗੇ ਆ ਅਸੀਂ ਉਹਦੇ ਚ ਯੂਜ਼ ਕਰਦੇ ਹੈਗੇ ਆ ਤਾਂ ਕਈ ਵਾਰ ਅਸੀਂ ਘਰੇ ਬੇਕਿੰਗ ਕਰਦੇ ਆ ਤੇ ਜਾਂ ਬੱਚੇ ਹੈਗੇ ਆ ਜਾਂ ਬਜ਼ੁਰਗ ਹੈਗੇ ਆ ਉਹ ਕਈ ਵਾਰੀ ਤੁਹਾਡੀ ਚੀਜ਼ ਇੰਜੋਏ ਨਹੀਂ ਕਰ ਪਾਉਂਦੇ ਹੈਗੇ ਤੁਸੀਂ ਜਿਹੜਾ ਆਟਾ ਹੈਗਾ ਜੇ ਉਹਨਾਂ ਦੀ ਫੈਸਿਲਿਟੀ ਦੇ ਹਿਸਾਬ ਦੇ ਨਾਲ ਹੈਗਾ ਉਹਨਾਂ ਦੀ ਹੈਲਥ ਨੂੰ ਦੇਖ ਕੇ ਹੈਗਾ ਤਾਂ ਤੁਸੀਂ ਕੁਝ ਵੀ ਬਣਾ ਸਕਦੇ ਆ ਤੇ ਘਰੇ ਸਾਰੀ ਫੈਮਿਲੀ ਇੰਜੋਏ ਕਰ ਸਕਦੇ ਹੈਗੇ ਬਿਲਕੁਲ ਜੀ ਆ ਕੋਵਿਡ ਸਿਚੁਏਸ਼ਨ ਟਾਈਮ ਦੇਖ ਕੇ ਲੋਕ ਘਰ ਬਹਿਣਾ ਪੈ ਗਿਆ ਇਸ ਟਾਈਮ ਤੇ ਸਾਨੂੰ ਬਹੁਤ ਇਹ ਫੀਡਬੈਕ ਆਈ ਲੋਕਾਂ ਤੋਂ ਕਿ ਅਸੀਂ ਆਟਾ ਤੁਹਾਡੇ ਇਹਦਾ ਕੇਕ ਬਣਾਇਆ ਅਸੀਂ ਮਫਿਨਸ ਬਣਾਏ ਅਸੀਂ ਬ੍ਰੈਡ ਬਣਾਈ ਬਹੁਤ ਐਕਸਪੈਰੀਮੈਂਟ ਟੇਸਟਿੰਗ ਕੀਤੀ ਹੈਗੀ ਹੈ ਕਦੀ ਰੋਟੀ ਨੇ ਇਹਦੀ ਬਣ ਸਕਦੀ ਹੋਰ ਬਹੁਤ ਚੀਜ਼ਾਂ ਬਣ ਸਕਦੀਆਂ ਹੈਗੀਆਂ ਸੋ ਜਿਹੜਾ ਆਟਾ ਹੈਗਾ ਅਸੀਂ ਕਦੇ ਵੀ ਆਪਣੀ ਜਿਹੜੀ ਲਾਈਫ ਹੈਗੀ ਉਹ ਚੋਂ ਡਿਸਕਾਰਡ ਨਹੀਂ ਕਰ ਸਕਦੇ ਕੱਢ ਨਹੀਂ ਸਕਦੇ ਹੈਗੇ ਤੇ ਜੇ ਅਸੀਂ ਉਹਦੇ ਲਈ ਆਪਸ਼ਨਸ ਲੱਭ ਲਈਏ ਤਾਂ ਉਹਦੇ ਵਰਗੀ ਕੋਈ ਚੀਜ਼ ਨਹੀਂ ਹੈਗੀ ਤੇ ਮਿਲਸ ਡ੍ਰੀਮ ਇਜ਼ ਨੰਬਰ 1 ਦੇ ਆਰ ਡੂਇੰਗ ਰੀਅਲੀ ਗੁੱਡ ਤੁਸੀਂ ਬਹੁਤ ਵਧੀਆ ਜਿਹੜਾ ਹੈਗਾ ਕਮਿਊਨਿਟੀ ਦੇ ਲਈ ਵੀ ਕਰ ਰਹੇ ਹੋ ਹੁਣ ਜੇ ਕਮਿਊਨਿਟੀ ਦੀ ਗੱਲ ਕਰੀਏ ਤਾਂ ਕਮਿਊਨਿਟੀ ਦੇ ਵਿੱਚ ਵੀ ਤੁਸੀਂ ਹਮੇਸ਼ਾ ਇਨਵੋਲਵ ਰਹਿੰਦੇ ਹੈਗੇ ਬ੍ਰੇਕਫਾਸਟ ਕਲੱਬ ਆਫ ਕੈਨੇਡਾ ਹੈਗਾ ਆ ਤੁਸੀਂ ਉਹਨਾਂ ਦੇ ਨਾਲ ਵੀ ਹੈਗੇ ਹੋ ਤੇ ਉਹਨਾਂ ਦੇ ਨਾਲ ਤੁਸੀਂ ਜਿਹੜਾ ਮੋਦੀ ਖਾਨਾ ਜਿਹੜਾ ਦੁੱਖ ਨਿਵਾਰਨ ਗੁਰੂ ਘਰ ਦੇ ਵੱਲੋਂ ਇੱਕ ਪਹਿਲਾ ਜਿਹੜਾ ਪੰਜਾਬੀਆਂ ਦਾ ਇੱਕ ਖੋਲਿਆ ਗਿਆ ਹੈਗਾ ਆ ਕਿਚਨ ਖੋਲੀ ਗਈ ਹੈ ਫ੍ਰੀ ਕਿਚਨ ਜਿੱਥੇ ਕਿ ਤੁਹਾਨੂੰ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ 13 ਕਰਕੇ ਵੰਡਿਆ ਸੀ ਉੱਥੇ ਕਹਿੰਦੇ ਆ ਕਿ ਕੋਈ ਵੀ ਆ ਕੇ ਚੀਜ਼ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਉੱਥੇ ਹੀਰੋ ਆਟੇ ਦੇ ਮੈਂ ਬੈਗ ਪਏ ਦੇਖਿਆ ਪੂਰੀ ਆਇਲ ਉਹਨਾਂ ਦੀ ਫੁੱਲ ਸੀਗੀ ਤੇ ਤੁਸੀਂ ਉਹਨਾਂ ਨੂੰ ਵੀ ਸਪੋਰਟ ਕਰ ਰਹੇ ਹੈਗੇ ਸੋ ਕਮਿਊਨਿਟੀ ਨੂੰ ਸਪੋਰਟ ਕਰਨ ਦਾ ਜਿਹੜਾ ਇਹ ਜਿਵੇਂ ਪੰਜਾਬੀ ਚ ਕਹਿੰਦੇ ਜਜ਼ਬਾ ਇਹ ਕਿੱਥੋਂ ਆਇਆ ਕਿੱਥੋਂ ਤੁਹਾਨੂੰ ਲੱਗਿਆ ਕਿ ਕਮਿਊਨਿਟੀ ਨੂੰ ਵੀ ਸਪੋਰਟ ਕਰਨਾ ਚਾਹੀਦਾ ਮੈਂ ਪਹਿਲਾਂ ਵੀ ਕਹਿੰਦਾ ਸੀ that ਪੈਸਾ ਸਭ ਕੁਝ ਨਹੀਂ ਹੈਗਾ ਕਿਹੜਾ ਹੈਗਾ ਤੁਸੀਂ ਲੋਕਾਂ ਨਾਲ ਮਿਲਦੇ ਹੈਗੇ ਆ ਪਿਆਰ ਨਾਲ ਮਿਲਦੇ ਆ ਤੁਹਾਡੇ ਕਨੈਕਸ਼ਨ ਬਣਦੇ ਆ ਰਿਲੇਸ਼ਨਸ਼ਿਪ ਬਣਦੇ ਹੈਗੇ ਆ ਇਟ ਇਜ਼ ਸੋ ਇੰਪੋਰਟੈਂਟ ਮੈਂ ਹਮੇਸ਼ਾ ਕਹਿੰਦਾ ਹੁੰਦਾ that ਅਸੀਂ ਲਾਈਫ ਦੇ ਵਿੱਚ ਨੰਗੇ ਆਏ ਨੰਗੇ ਜਾਣਾ ਰਾਈਟ ਸੋ ਵਾਈ ਆਰ ਵੀ ਚੇਸਿੰਗ ਓਨਲੀ ਮਨੀ ਰਾਈਟ ਸਾਨੂੰ ਕਮਿਊਨਿਟੀ ਦੇ ਵਿੱਚ ਕੁਝ ਇੰਪੈਕਟ ਕਰਨਾ ਚਾਹੀਦਾ ਸਾਨੂੰ ਕੁਝ ਇਨਵੋਲਵਮੈਂਟ ਲੈਣੀ ਚਾਹੀਦੀ ਕਿ ਪੋਜ਼ਿਟਿਵ ਇਨਵੋਲਵਮੈਂਟ ਹੈ ਸੋ ਮੋਦੀ ਖਾਨਾ ਦੀ ਕਿਹੜੀ ਹੈਗੀ ਉਹ ਬਹੁਤ ਵਧੀਆ ਕੰਮ ਉਹ ਕਿਹੜਾ ਕਰਦੇ ਹੈਗੇ ਆ ਮੈਂ ਬੱਚਾ ਹੁੰਦਾ ਸੀ ਇਹ ਸਟੋਰੀ ਸਾਡੇ ਦਾਦਾ ਦੱਸਦੇ ਹੁੰਦੇ ਸੀ ਗੁਰੂ ਨਾਨਕ ਦੀ ਐਂਡ ਉਹ ਸਾਨੂੰ ਯੰਗ ਏਜ ਤੋਂ ਸਾਨੂੰ ਸਟੋਰੀ ਨਹੀਂ ਟੱਚ ਹੋਈ that ਅਸੀਂ ਹਾਲੇ ਵੀ ਉਹ ਕਿਲੇ ਉਹਨਾਂ ਨੇ ਕਿਹਾ ਤੇ ਸਾਨੂੰ ਤੁਸੀਂ ਸਪੋਰਟ ਕਰੋ ਅਸੀਂ ਗੋਸ ਬਾਈ ਆਲ ਮੀਨਸ ਦੱਸੋ ਅਸੀਂ ਕਿੱਦਾਂ ਤੁਹਾਨੂੰ ਸਪੋਰਟ ਕਰੀਏ ਇਹ ਇੰਨੀ ਵੈਲਿਊਬਲ ਇੰਨੀ ਵਧੀਆ ਕਾਜ਼ ਹੈਗੀ ਆ ਐਂਡ ਆਈ ਟੈਲ ਯੂ ਮੈਂ ਆਪਣੀ ਕਮਿਊਨਿਟੀ ਇਸ ਗੱਲ ਤੋਂ ਇੰਨਾ ਪ੍ਰਾਊਡ ਹੈਗਾ that ਮੈਨੂੰ ਸਾਡੇ ਬੰਦੇ ਕਿ ਸਾਡੀ ਕਮਿਊਨਿਟੀ ਤੋਂ ਇਲਾਵਾ ਹੈਗੇ ਉਹ ਕਹਿੰਦੇ ਹੈ ਤੁਹਾਡੀ ਕਮਿਊਨਿਟੀ ਇੰਨੀ ਸਪੋਰਟ ਕਰਦੀ ਹੈ ਕੋਈ ਵੀ ਇਸ਼ੂ ਹੁੰਦਾ ਕੋਈ ਵੀ ਚੈਲੰਜ ਹੁੰਦਾ ਤੁਹਾਡੇ ਬੰਦੇ ਮੋਹਰੇ ਆਉਂਦੇ ਆ ਸਾਹਮਣੇ ਆਉਂਦੇ ਐਂਡ ਦੇ ਵਿਲਿੰਗ ਟੂ ਗਿਵ ਮਨੀ ਟਾਈਮ ਐਫਰਟ ਸੋ ਇਹ ਮੈਂ ਹੋਰ ਕੀ ਕਹਿ ਸਕਦਾ ਮੈਂ ਆਮ ਸੋ ਹੈਪੀ that I'm part of this that ਮੈਂ ਕਿੰਨਾ ਵੀ ਕੰਟਰੀਬਿਊਸ਼ਨ ਮੈਂ ਦੇ ਸਕਦਾ I'm giving to them ਤੁਸੀਂ ਬ੍ਰੇਕਫਾਸਟ ਕਲੱਬ ਆਫ ਕੈਨੇਡਾ ਦੀ ਗੱਲ ਕੀਤੀ about 5 years ago ਮੈਂ ਇੱਕ ਬਹੁਤ ਸੈਡ ਸਟੋਰੀ ਸੁਣਦਾ ਸੀ that ਇਸ ਕੰਟਰੀ ਦੇ ਵਿੱਚ ਬੱਚੇ ਹੈਗੇ ਆ 1 in 5 ਬੱਚੇ ਸਕੂਲ ਨੂੰ ਜਾਂਦੇ ਆ ਨਾ ਭੁੱਖੇ ਜਾਂਦੇ ਆ ਓਕੇ ਸੋ ਮੈਂ ਕਿਹਾ ਯਾਰ ਕੈਨੇਡਾ ਦੇ ਵਿੱਚ ਭੁੱਖੇ ਜਾਂਦੇ ਆ ਕਦੀ ਸੋਚ ਵੀ ਨਹੀਂ ਸਕਦੇ ਰਾਈਟ ਸੋ ਕਿਲੇ ਮੈਂ ਇਸ ਆਰਗੇਨਾਈਜੇਸ਼ਨ ਬ੍ਰੇਕਫਾਸਟ ਆਫ ਕੈਨੇਡਾ ਨੂੰ ਮੈਂ ਉਹਨਾਂ ਨੂੰ ਕੰਟੈਕਟ ਕੀਤਾ ਨਾਲੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਰੀਅਲੀ ਸੱਚੀ 1 in 5 ਬੱਚੇ ਭੁੱਖੇ ਜਾਂਦੇ ਆ ਕਹਿੰਦੇ ਇਸ ਕੰਟਰੀ ਦੇ ਵਿੱਚ ਵੀ ਗਰੀਬੀ ਹੈਗੀ ਆ
ਕਹਿੰਦੇ ਜੇ ਪੈਸਿਆਂ ਦੀ ਜੇ ਕਾਟ ਹੈਗੀ, ਟਾਈਮ ਦੀ ਵੀ ਕਾਟ ਆ। ਕਹਿੰਦੇ ਮਾਂ ਪਿਓ ਉਹ ਨੱਠੇ ਹੈਗੇ ਆ ਜਸਟ ਟੂ ਮੇਕ ਐਂਡਸ ਮੀਟ। ਬੱਚੇ ਸਵੇਰੇ ਸਕੂਲ ਨੂੰ ਚੋ ਜਾਂਦੇ, ਭੁੱਖੇ ਚੋ ਜਾਂਦੇ ਆ, ਐਂਡ ਫਿਰ ਉਹਨਾਂ ਪੜ੍ਹਨਾ ਕੀ ਹੈਗਾ? ਜੇ ਢਿੱਡ ਦੇ ਵਿੱਚ ਕੁਛ ਹੈਗਾ ਨਾ, ਫਿਰ ਖਾਣੇ ਦੇ ਵਿੱਚ ਕੀ ਪੈਣਾ, ਰਾਈਟ? ਸੋ ਉਹਨਾਂ ਨੇ ਫਿਰ ਐਸੋਸੀਏਸ਼ਨ ਸ਼ੁਰੂ ਕੀਤੀ several years ago, and 5 years ago I discovered them, and ਨਾਲੇ ਫਿਰ ਮੈਂ ਉਹਨਾਂ ਨੂੰ ਕਿ ਤੁਸੀਂ ਸਾਨੂੰ ਦੱਸੋ ਅਸੀਂ ਕਿੱਦਾਂ ਤੁਹਾਡੀ ਸਪੋਰਟ ਕਰ ਸਕਦੇ ਹਾਂ। ਉਹ ਕਹਿੰਦੇ ਨੇ ਸਾਡੇ ਕੈਂਪਸ ਲੱਗਦੀਆਂ ਇਨ ਦ ਮਾਰਨਿੰਗਸ, ਕਿੱਥੇ ਸਕੂਲ, ਕਿੱਥੇ ਕਹਿ ਦੋ ਹਾਈ ਕਨਸੈਂਟਰੇਸ਼ਨ ਹੈਗੀ ਆ ਇਸ ਬੱਚਿਆਂ ਦੀ, ਗਰੀਬ ਬੱਚਿਆਂ ਦੀ। ਸੋ ਅਸੀਂ ਉੱਥੇ ਜਾ ਕੇ ਉਹਨਾਂ ਦੇ ਵਿੱਚ ਉਹਨਾਂ ਨੂੰ ਮਟੀਰੀਅਲ ਕੰਟਰੀਬਿਊਟ ਕੀਤਾ ਦੈਟ ਉਹ ਉਹਨਾਂ ਨੂੰ ਬ੍ਰੈਕਫਾਸਟ ਉਹਨਾਂ ਨੂੰ ਬਣਾ ਸਕਣ। ਐਂਡ ਆਲਸੋ ਅਦਰ ਥਿੰਗ ਇਜ਼ ਦੈਟ ਸਾਡੇ EMPLOYEES ਅਸੀਂ ਉਹਨਾਂ ਨੂੰ ਇਨਕਰੇਜ ਕੀਤਾ that ਤੁਹਾਨੂੰ ਪੇਡ ਬੇਸਿਸ ਤੇ ਤੁਸੀਂ ਜਾ ਕੇ ਵੋਲੰਟੀਅਰ ਉੱਥੇ ਕਰੋ। ਸੋ ਸਾਡੇ ਪੀਪਲ ਵੀ ਉੱਥੇ ਜਾਂਦੇ ਹੈਗੇ ਆ that ਕਿਚਨ ਦੇ ਵਿੱਚ ਉਹਨੇ ਸਵੇਰੇ ਬ੍ਰੈਕਫਾਸਟ ਬਣਾਉਣਾ ਬੱਚਿਆਂ ਨੂੰ, and they make the food for them, and ਸਾਡੇ ਕਿਹੜੇ EMPLOYEES ਹੈਗੇ ਆ, they get really touched and sentimental that ਅਸੀਂ ਅਸੀਂ ਕਿੰਨੇ fortunate ਹੈਗੇ ਆ that ਸਾਡੇ ਘਰ ਰੋਟੀ ਚੱਲਦੀ ਆ। ਕੋਈ ਬੱਚੇ ਆਉਂਦੇ ਆ ਕਿ ਸਕੂਲੋਂ ਭੁੱਖੇ ਹੁੰਦੇ ਆ, and so it's not just about giving material or money, ਜੇ ਤੁਸੀਂ ਕਿ time ਵੀ ਦਵੋ, that's so important too, because people need time। ਜੀ ਬਿਲਕੁਲ। ਪੰਜਾਬੀ 'ਚ ਇੱਕ ਸੇਇੰਗ ਆ ਕਿ ਪੇਟ ਨਾ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ, ਕਿ ਜੇ ਤੁਹਾਡੇ ਢਿੱਡ 'ਚ ਕੁਝ ਹੈ ਨਹੀਂਗਾ, ਤਾਂ ਫੂਡ ਨਹੀਂ ਖਾਦਾ ਹੋਇਆ ਤੁਸੀਂ, ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਐਵਰੀਥਿੰਗ ਇਜ਼ ਲਾਈਕ ਕੁਝ ਵੀ ਮਤਲਬ ਤੁਹਾਡੇ ਕੰਮ ਦਾ ਨਹੀਂ ਹੈਗਾ ਜੇ ਤੁਸੀਂ ਆਪ ਰੱਜੇ ਹੋਏ ਨਹੀਂ ਹੈਗੇ। ਤੇ ਤੁਸੀਂ ਨਾਲ ਉਹਨਾਂ ਨੂੰ ਰੋਟੀ ਵੀ ਪ੍ਰੋਵਾਈਡ ਕਰ ਰਹੇ ਹੈਗੇ ਹੋ ਬੱਚਿਆਂ ਨੂੰ, ਤੇ ਨਾਲ ਟਾਈਮ ਦਾ ਵੀ ਕੰਟਰੀਬਿਊਸ਼ਨ ਕਰ ਰਹੇ ਹੈਗੇ ਹੋ। ਸੋ ਇਹਦੇ ਨਾਲੋਂ ਜ਼ਿਆਦਾ ਵਧੀਆ ਕੋਈ ਚੀਜ਼ ਹੋ ਨਹੀਂ ਸਕਦੀ। ਮੈਂ ਕਹਿੰਦੀ ਆ ਕਿ ਨਾਲ ਤੁਸੀਂ ਆਪਣੇ EMPLOYEES ਨੂੰ ਵੀ ਕਹਿ ਰਹੇ ਹੈਗੇ ਆ, ਉਹਨਾਂ ਨੂੰ ਵੀ ਇਨਕਰੇਜ ਕਰ ਰਹੇ ਆ ਕਿ ਤੁਸੀਂ ਕਮਿਊਨਿਟੀ ਦੇ ਨਾਲ ਰਲ ਕੇ ਜਿਹੜਾ ਚੱਲੋ। ਸੋ ਬਹੁਤ ਵਧੀਆ ਤੁਸੀਂ ਸਾਨੂੰ ਇਨਫੋਰਮੇਸ਼ਨ ਦਿੱਤੀ ਆਪਣੇ ਆਟਿਆਂ ਦੇ ਬਾਰੇ, ਕਿ ਕਿਹੜੇ ਆਟੇ ਹੈਗੇ ਆ ਜਿਹੜੇ ਅਸੀਂ ਰਿਪਲੇਸ ਕਰ ਸਕਦੇ ਹਾਂ ਆਪਣੇ ਨਾਰਮਲ ਆਟਿਆਂ ਨੂੰ ਲੈ ਕੇ। ਤੇ ਹੋਰ ਤੁਸੀਂ ਹੁਣ ਕਮਿਊਨਿਟੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ, ਕਿਉਂਕਿ ਟਾਈਮ ਟੂ ਟਾਈਮ ਅਸੀਂ ਤੁਹਾਡੇ ਹੋਰ ਆਟਿਆਂ ਦੇ ਬਾਰੇ ਇਨਫੋਰਮੇਸ਼ਨ ਲੈਂਦੇ ਰਵਾਂਗੇ। ਸ਼ੋਰ ਮੈਂ ਕਮਿਊਨਿਟੀ ਨੂੰ ਇਹੀ ਕਹਿਣਾ ਹੈਗਾ that ਤੁਸੀਂ ਲੋਕਲ ਕੰਪਨੀਆਂ ਨੂੰ, ਲੋਕਲ ਬਿਜ਼ਨਸ ਨੂੰ ਸਪੋਰਟ ਕਰੋ। ਆਹ ਟਾਈਮ ਦੇ ਵਿੱਚ ਕਿਹੜਾ ਹੈਗਾ that ਸਾਡੀ ਦੁਨੀਆ ਕਿਹੜੀ ਹੈਗੀ ਇੰਨੀ ਵੱਡੀ ਹੋ ਗਈ ਆ, ਬਟ ਚੈਲੰਜਸ ਕਿੱਦਾਂ ਹੁਣ ਪੈਂਡੈਮਿਕ ਆ ਗਿਆ ਹੈਗਾ, ਇਸ ਚੈਲੰਜ ਵਿੱਚ ਤੁਸੀਂ ਰੀਅਲਾਈਜ਼ ਕਰਦੇ ਆ ਦ ਵੈਲਿਊ ਆਫ ਲਾਈਫ, ਐਂਡ that ਅਸੀਂ ਕਿੰਨੇ ਫੋਰਚੂਨੇਟ ਹੈਗੇ ਇਸ ਕੰਟਰੀ ਦੇ ਵਿੱਚ ਰਹਿੰਦੇ। ਸੋ ਇਸ ਕੰਟਰੀ ਦੇ ਵਿੱਚ ਕਿਹੜੀ ਇੱਥੇ ਬੰਦੇ, ਇੱਥੇ ਦੇ ਕੰਪਨੀਆਂ ਕਿਹੜੀਆਂ, ਕਿਹੜੇ ਇੱਥੇ ਦੇ ਬੰਦੇ ਕੰਮ ਕਰਦੇ ਆ, ਕਿੱਥੇ ਇੱਥੇ ਇੰਡਸਟਰੀ ਹੈਗੀ ਆ, ਸਪੋਰਟ ਦੈਮ। ਇਹ ਮੈਂ ਮੈਸੇਜ ਦੇਣਾ ਹੈਗਾ ਸਾਰਿਆਂ ਨੂੰ। ਐਂਡ ਅਸੀਂ ਤੁਹਾਡੇ ਤੋਂ ਬਗੈਰ ਜੀ ਨਹੀਂ ਸਕਦੇ। ਵੀ ਨੀਡ ਈਚ ਅਦਰ, ਐਂਡ ਦੈਟਸ ਅ ਮੈਸੇਜ ਆਈ ਵਾਂਟ ਟੂ ਗਿਵ। ਥੈਂਕ ਯੂ ਸੋ ਮਚ ਮਿਸਟਰ ਗਿੱਲਨ, ਤੁਸੀਂ ਟਾਈਮ ਟੂ ਟਾਈਮ ਕੱਢਿਆ ਤੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ। ਥੈਂਕ ਯੂ ਸੋ ਮਚ ਵਾਂਸ ਅਗੇਨ। ਥੈਂਕ ਯੂ। ਬਿਲਕੁਲ, ਜਿਵੇਂ ਤੁਹਾਨੂੰ ਜਦੋਂ ਕੋਈ ਕਹਿੰਦਾ ਹੈ ਕਿ ਆਟਾ ਨਾ ਖਾਓ, ਤਾਂ ਤੁਸੀਂ ਇਦਾਂ ਕਹਿ ਸਕਦੇ ਹੋ ਕਿ ਆਟਾ ਖਾਓ, ਸਿਹਤ ਬਣਾਓ, ਕਿਉਂਕਿ ਇਹੀ ਮੈਸੇਜ ਮਿਲਸਟ੍ਰੀਮ ਆਟਾ ਜਿਹੜਾ ਹੈਗਾ ਉਹ ਦੇ ਰਿਹਾ ਹੈਗਾ ਆ। ਇਹਨਾਂ ਦੇ ਵੱਲੋਂ ਇਹਨਾਂ ਦਾ ਹੀਰੋ ਆਟਾ ਹੈਗਾ ਆ, ਇਹਨਾਂ ਦਾ ਗਲੂਟਨ ਫ੍ਰੀ ਆਟਾ ਹੈਗਾ ਆ, ਡਾਇਬੀਟਿਕ ਲੋਕਾਂ ਦੇ ਲਈ ਆਟਾ ਹੈਗਾ ਆ। ਜੇ ਤੁਹਾਨੂੰ ਪ੍ਰੋਬਲਮ ਹੈਗੀ ਆ ਹੈਲਥ ਦੇ ਰਿਲੇਟਡ, ਤਾਂ ਤੁਸੀਂ ਇਹਨਾਂ ਆਟਿਆਂ ਨੂੰ ਯੂਜ਼ ਕਰਕੇ ਦੇਖ ਸਕਦੇ ਆ, ਇਹਨਾਂ ਨੂੰ ਫੀਡਬੈਕ ਵੀ ਦੇ ਸਕਦੇ ਆ। ਜੇ ਤੁਹਾਨੂੰ ਕੁਝ ਵੀ ਲੱਗਦਾ ਹੈ ਕਿ ਇਹਦੇ ਵਿੱਚ ਇਸ ਚੀਜ਼ ਦੀ ਘਾਟ ਹੈ ਜਾਂ ਸਾਨੂੰ ਇਹ ਚੀਜ਼ ਨਹੀਂ ਵਧੀਆ ਲੱਗੀ, ਤਾਂ ਤੁਸੀਂ ਆਪਣੀ ਫੀਡਬੈਕ ਵੀ ਦੇ ਸਕਦੇ ਆ। ਜੇ ਨਾਰਮਲ ਤੁਸੀਂ ਆਟੇ ਨੂੰ ਯੂਜ਼ ਕਰ ਸਕਦੇ ਆ। ਸੋ ਬਹੁਤ ਸਾਰੀਆਂ ਇਹਨਾਂ ਦੇ ਪ੍ਰੋਡਕਟ ਹੈਗੇ, ਇਹਨਾਂ ਦੇ ਪ੍ਰੋਡਕਟਸ ਦੇ ਬਾਰੇ ਤੁਹਾਨੂੰ ਟਾਈਮ ਟੂ ਟਾਈਮ ਅਸੀਂ ਇਨਫੋਰਮੇਸ਼ਨ ਇਸ ਤਰ੍ਹਾਂ ਹੀ ਪਹੁੰਚਾਉਂਦੇ ਰਵਾਂਗੇ। ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ ਸਾਂਝਾ TV, ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।